ਲਓ ਜੀ, ਪੇਸ਼ ਹੈ ਜਲੰਧਰ ਬਾਈਪਾਸ ਦੀ ਕਹਾਣੀ ਬਰਸਾਤ ਐਪੀਸੋਡ 7। ਹੁਣ ਤੱਕ ਤੁਸੀਂ ਸੁਣਿਆ ਕਿ ਦਿਲਰਾਜ ਗੁਜਰਾਤੀ ਪਰਿਵਾਰ ਨੂੰ ਪੰਜਾਬ ਹਿਮਾਚਲ ਆਪਣੀ ਗੱਡੀ ਵਿੱਚ ਘੁਮਾ ਕੇ ਵਾਪਸ ਏਅਰਪੋਰਟ ਛੱਡਦਾ ਹੈ। ਉਹਨਾਂ ਦੀ ਕੁੜੀ ਗੀਤਾ ਨਾਲ ਦਿਲਰਾਜ ਦਾ ਗੂੜਾ ਪਿਆਰ ਪੈ ਜਾਂਦਾ ਹੈ, ਜਿਸ ਦੇ ਵਿਛੜਨ 'ਤੇ ਉਹ ਬਹੁਤ ਰੋਂਦਾ ਹੈ। ਗੀਤਾ ਦੇ ਵਾਪਸ ਜਾਣ ਤੋਂ ਬਾਅਦ ਉਹਨਾਂ ਵਿੱਚ ਚਿੱਠੀਆਂ ਦਾ ਖੂਬਸੂਰਤ ਸਿਲਸਿਲਾ ਚੱਲਦਾ ਹੈ, ਪਰ ਥੋੜ੍ਹੇ ਸਮੇਂ ਵਿੱਚ ਬੰਦ ਹੋ ਜਾਂਦਾ ਹੈ। ਫਿਰ ਇੱਕ ਦਿਨ ਗੀਤਾ ਦਾ ਖੱਤ ਆਉਂਦਾ ਹੈ, ਜਿਸ ਵਿੱਚ ਦੱਸਦੀ ਹੈ ਕਿ ਉਸ ਦਾ ਵਿਆਹ ਕਿਸੇ ਗੁਜਰਾਤੀ ਪੇਂਡੂ ਰਈਸ ਨਾਲ ਹੋ ਗਿਆ ਹੈ। ਅਲਵਿਦਾ ਕਹਿ ਕੇ ਖੱਤ ਸਮਾਪਤ ਕਰਦੀ ਹੈ। ਹੁਣ ਇਸ ਤੋਂ ਅੱਗੇ हो सके तो मेरी जान मुझे भूलने की कोशिश करना, शायद फिर कभी मौका ना मिले और मेरा यह खत आखिरी हो। अलविदा। सचमुच ਇਹ ਸਭ ਦਿਲਰਾਜ ਲਈ ਭੁਚਾਲ ਦੀ ਤਰ੍ਹਾਂ ਸੀ। ਉਹ ਕਿੰਨੀ ਦੇਰ ਸੁੰਨ ਜਿਹਾ ਹੋਇਆ ਬੈਠਾ ਗੀਤਾ ਨੂੰ ਯਾਦ ਕਰ ਰੋਂਦਾ ਰਿਹਾ। ਕਈ ਤਰ੍ਹਾਂ ਦੇ ਖਿਆਲ ਉਸ ਦੇ ਜ਼ਿਹਨ ਵਿੱਚ ਆਉਂਦੇ ਜਾਂਦੇ ਰਹੇ। ਫਿਰ ਉਸ ਨੂੰ ਯਾਦ ਆਇਆ ਆਪਣਾ ਉਹ ਵਾਅਦਾ ਜੋ ਉਸਨੇ ਗੀਤਾ ਨਾਲ ਆਖਰੀ ਵਾਰ ਏਅਰਪੋਰਟ 'ਤੇ ਵਿਛੜਦਿਆਂ ਕੀਤਾ ਸੀ। ਉਸਨੇ ਗੱਡੀ ਘਰ ਲਿਆ ਕੇ ਖੜੀ ਕਰ ਦਿੱਤੀ ਅਤੇ ਆਪ ਅੰਦਰ ਵੜ ਕੇ ਕੁੰਡੀ ਮਾਰ ਲਈ। ਗੀਤਾ ਦੇ ਸਾਰੇ ਖੱਤ ਉਸਨੇ ਇੱਕ ਵਾਰ ਫਿਰ ਪੜ੍ਹੇ ਅਤੇ ਇੱਕ ਲਿਫਾਫੇ ਵਿੱਚ ਪਾ ਲਏ। ਡਲਹੌਜ਼ੀ ਤੋਂ ਮਿਲੀ ਨਿਸ਼ਾਨੀ ਉਸਨੇ ਚੁੱਕ ਸੀਨੇ ਨਾਲ ਲਾਈ ਅਤੇ ਫਿਰ ਰੋਣ ਲੱਗਾ। ਇਹ ਵੀ ਉਸਨੇ ਉਸੇ ਲਿਫਾਫੇ ਵਿੱਚ ਪਾ ਲਈ ਅਤੇ ਫਿਰ ਇਹ ਲਿਫਾਫਾ ਬੈਗ ਵਿੱਚ ਰੱਖ ਲਿਆ, ਉਸੇ ਬੈਗ ਵਿੱਚ ਜੋ ਉਹ ਅਕਸਰ ਲੰਮੇ ਸਫ਼ਰ 'ਤੇ ਜਾਣ ਲਈ ਨਾਲ ਲੈ ਜਾਇਆ ਕਰਦਾ ਸੀ। ਫਿਰ ਉਸਨੇ ਕੁਝ ਕੱਪੜੇ ਵੀ ਬੈਗ ਵਿੱਚ ਪਾ ਲਏ। ਬਾਹਰ ਸ਼ਾਮ ਢਲ ਚੁੱਕੀ ਸੀ, ਹਨੇਰਾ ਪਸਰਨਾ ਸ਼ੁਰੂ ਹੋ ਗਿਆ ਸੀ। ਘਰਦਿਆਂ ਨੇ ਫਿਕਰ ਕਰ ਉਸ ਨੂੰ ਖਾਣਾ ਪੀਣਾ ਪੁੱਛਿਆ, ਪਰ ਉਸਨੇ ਇਨਕਾਰ ਕਰ ਦਿੱਤਾ ਕਿ ਉਸ ਦੀ ਸਿਹਤ ਠੀਕ ਨਹੀਂ ਸੀ। ਫਿਰ ਉਸਨੇ ਇੱਕ ਖੱਤ ਲਿਖਿਆ ਅਤੇ ਇਹ ਖੱਤ ਸਾਹਮਣੇ ਮੇਜ਼ 'ਤੇ ਰੱਖ ਦਿੱਤਾ। ਹੁਣ ਤੱਕ ਕਮਾਏ ਉਸਨੇ ਸਾਰੇ ਪੈਸੇ ਇਕੱਠੇ ਕਰਕੇ ਅੱਧੇ ਖੱਤ ਦੇ ਕੋਲ ਮੇਜ਼ 'ਤੇ ਰੱਖ ਦਿੱਤੇ ਅਤੇ ਬਾਕੀ ਆਪਣੀ ਜੇਬ ਵਿੱਚ ਪਾ ਲਏ। ਫਿਰ ਉਹ ਕੁਰਸੀ 'ਤੇ ਬੈਠ ਬਾਹਰ ਦਾ ਵਾਤਾਵਰਨ ਸ਼ਾਂਤ ਹੋਣ ਦੀ ਉਡੀਕ ਕਰਨ ਲੱਗਾ। ਅੱਧੀ ਰਾਤ ਤੋਂ ਪਹਿਲਾਂ ਹੀ ਜਦ ਸਭ ਪਾਸੇ ਚੁੱਪ ਛਾ ਗਈ ਤਾਂ ਉਸਨੇ ਕੁੰਡੀ ਖੋਲ੍ਹ ਬਾਹਰ ਜਾ ਕੇ ਸਾਰਾ ਨਿਰੀਖਣ ਕੀਤਾ। ਘਰ ਦੇ ਸਭ ਜੀ ਘੂਕ ਸੁੱਤੇ ਹੋਏ ਸਨ। ਤਸੱਲੀ ਕਰਕੇ ਉਹ ਵਾਪਸ ਅੰਦਰ ਆ ਗਿਆ। ਜੇਬ ਵਿੱਚੋਂ ਗੱਡੀ ਦੀ ਚਾਬੀ ਕੱਢ ਕੇ ਵੀ ਮੇਜ਼ 'ਤੇ ਰੱਖ ਦਿੱਤੀ। ਬੈਗ ਚੁੱਕ ਉਹ ਬਾਹਰ ਨਿਕਲਿਆ ਅਤੇ ਦਰਵਾਜ਼ੇ ਨੂੰ ਬਾਹਰੋਂ ਕੁੰਡਾ ਮਾਰ ਉਹ ਦੱਬੇ ਪੈਰੀ ਬਾਹਰ ਨੂੰ ਤੁਰ ਪਿਆ। ਹਨੇਰਾ ਹੋਣ ਕਰਕੇ ਕੁਝ ਦਿਖਾਈ ਨਹੀਂ ਦੇ ਰਿਹਾ ਸੀ, ਪਰ ਨਿੰਮੀ ਤਾਰਿਆਂ ਦੀ ਲੋਅ ਦੇ ਸਹਾਰੇ ਉਹ ਅਣਜਾਣ ਮੰਜ਼ਿਲ ਵੱਲ ਕਦਮ ਵਧਾਉਂਦੇ ਤੁਰਨ ਲੱਗਾ। ਪਿੰਡ ਨੂੰ ਕਾਫੀ ਪਿੱਛੇ ਛੱਡ ਉਹ ਅਗਲੇ ਪਿੰਡ ਪਹੁੰਚਿਆ ਅਤੇ ਫਿਰ ਉਸ ਤੋਂ ਅੱਗੇ ਤੁਰਦਾ ਗਿਆ। ਸਾਹਮਣੇ ਕੁਝ ਬੋਲ ਬੁਲਾਰਾ ਸੁਣਾਈ ਦਿੱਤਾ ਤਾਂ ਉਹ ਇੱਕ ਪਾਸੇ ਗੰਨੇ ਦੇ ਖੇਤ ਵਿੱਚ ਲੁਕ ਕੇ ਖੜ ਗਿਆ। ਕੁਝ ਨੌਜਵਾਨ ਸਾਈਕਲਾਂ 'ਤੇ ਆ ਰਹੇ ਸਨ, ਜੋ ਉੱਚੀ ਗੱਲਾਂ ਕਰ ਰਹੇ ਸਨ, ਕਿਸੇ ਬਾਬੇ ਦੀ ਕਥਾ ਕਹਾਣੀਆਂ ਦੀ। ਸ਼ਾਇਦ ਉਹ ਕਿਸੇ ਧਾਰਮਿਕ ਸਮਾਗਮ ਤੋਂ ਆ ਰਹੇ ਸਨ। ਜੋ ਗੱਲਾਂ ਕਰਦੇ ਅੱਗੇ ਲੰਘ ਗਏ। ਉਹ ਖੇਤ ਤੋਂ ਬਾਹਰ ਆ ਫਿਰ ਅੱਗੇ ਚੱਲ ਗਿਆ। ਸ਼ਹਿਰ ਦੇ ਨਜ਼ਦੀਕ ਪਹੁੰਚ ਉਹ ਰੇਲ ਦੀ ਪਟੜੀ 'ਤੇ ਚੱਲ ਪਿਆ। ਸਾਹਮਣੇ ਸਟੇਸ਼ਨ ਆ ਗਿਆ। ਜੇਜੋਂ ਤੋਂ ਜਲੰਧਰ ਵਾਲੀ ਗੱਡੀ ਇਸ ਵਿੱਚੋਂ ਗੁਜ਼ਰਦੀ ਸੀ, ਜੋ ਸਵੇਰੇ 6:30 ਵਜੇ ਆਉਣੀ ਸੀ। ਸਵੇਰਾ ਹੋਣ ਵਾਲਾ ਸੀ। ਸ਼ਹਿਰ ਦੇ ਗੁਰਦੁਆਰੇ ਅਤੇ ਮੰਦਰਾਂ ਤੋਂ ਸਪੀਕਰ ਦੀਆਂ ਰਲਮੀਆਂ ਆਵਾਜ਼ਾਂ ਆ ਰਹੀਆਂ ਸਨ। ਉਹ ਬੈਂਚ 'ਤੇ ਬੈਠ ਗੱਡੀ ਦੀ ਉਡੀਕ ਕਰਨ ਲੱਗਾ। ਥੋੜ੍ਹੀ ਦੇਰ ਬਾਅਦ ਉਹ ਫੁਟਾਲਾ ਹੋਇਆ। ਹੋਰ ਵੀ ਸਵਾਰੀਆਂ ਸਟੇਸ਼ਨ 'ਤੇ ਪਹੁੰਚਣੀਆਂ ਸ਼ੁਰੂ ਹੋ ਗਈਆਂ। ਦਿਲਰਾਜ ਨੇ ਟਿਕਟ ਲਈ ਅਤੇ ਗੱਡੀ ਉਡੀਕਣ ਲੱਗਾ। ਗੱਡੀ ਆਈ ਤੇ ਉਹ ਸਵਾਰ ਹੋ ਕੇ ਜਲੰਧਰ ਪਹੁੰਚ ਗਿਆ। ਉੱਥੇ ਕਾਫੀ ਭੀੜ ਸੀ।
ਉਸਨੇ ਟਿਕਟ ਫੈਕਟਰੀ ਤੇ ਜਾ ਕੇ ਸਿੱਧੀ ਗੁਜਰਾਤ ਦੇ ਸ਼ਹਿਰ ਭੁੱਜ ਦੀ ਟਿਕਟ ਲੈ ਲਈ, ਜਿੱਥੋਂ ਦਾ ਐਡਰੈਸ ਹੋਣ ਵਾਲੀ ਚਿੱਠੀ ਤੇ ਸੀ। ਗੱਡੀ ਵਿੱਚ ਬੈਠ ਉਹ ਲੰਮਾ ਪੈਂਡਾ ਤੈਅ ਕਰਦਾ ਤੀਸਰੇ ਦਿਨ ਗੁਜਰਾਤ ਪੁੱਜਾ। ਇੱਥੇ ਉਸ ਦਾ ਕੋਈ ਵਾਕਫ ਨਹੀਂ ਸੀ ਅਤੇ ਨਾ ਹੀ ਕਿੱਥੇ ਜਾਣਾ ਹੈ ਇਹ ਪਤਾ ਸੀ। ਬਸ ਉਸ ਨੂੰ ਉਸ ਦਾ ਵਿਛੜਿਆ ਪਿਆਰ ਇੱਥੇ ਖਿੱਚ ਲਿਆਇਆ ਸੀ। ਉਹ ਸਟੇਸ਼ਨ ਤੋਂ ਹੌਲੀ-ਹੌਲੀ ਤੁਰਦਾ ਬੱਸ ਅੱਡੇ ਪਹੁੰਚ ਗਿਆ। ਇੱਕ ਕੰਡਕਟਰ ਕਿਸਮ ਦੇ ਆਦਮੀ ਨੂੰ ਉਸਨੇ ਚਿੱਠੀ ਉੱਪਰ ਦਾ ਐਡਰੈਸ ਦਿਖਾਇਆ। ਉਸਨੇ ਦੱਸਿਆ ਕਿ ਇਹ ਪਿੰਡ ਤਾਂ ਕਾਫੀ ਦੂਰ ਹੈ, ਰਸਤੇ ਵਿੱਚ 2 ਵਾਰ ਬੱਸ ਬਦਲਣੀ ਪਵੇਗੀ। ਉਹ ਇੱਕ ਬੱਸ ਵਿੱਚ ਬੈਠ ਗਿਆ ਜੋ ਅੱਗੇ ਜਾ ਕੇ ਇੱਕ ਸ਼ਹਿਰ ਵਿੱਚ ਰੁਕ ਗਈ। ਇੱਥੋਂ ਉਸਨੇ ਦੂਸਰੀ ਬੱਸ ਫੜੀ ਜੋ ਗੀਤਾ ਦੇ ਪਿੰਡ ਦੇ ਕੋਲ ਵਾਲੇ ਸ਼ਹਿਰ ਪਹੁੰਚ ਗਈ। ਇੱਥੋਂ ਤਕਰੀਬਨ 7-8 ਕਿਲੋਮੀਟਰ ਤੇ ਗੀਤਾ ਦਾ ਪਿੰਡ ਸੀ, ਜਿੱਥੇ ਜਾਣ ਵਾਲੀ ਬੱਸ ਨਿਕਲ ਚੁੱਕੀ ਸੀ। ਇਸ ਤੋਂ ਬਾਅਦ ਅਗਲੀ ਬੱਸ ਸਵੇਰ ਨੂੰ ਹੀ ਜਾਣੀ ਸੀ। ਉਹ ਪੈਦਲ ਹੀ ਚੱਲ ਪਿਆ। ਅਣਜਾਣ ਪ੍ਰਾਂਤ ਦੇ ਅਣਜਾਣ ਰਸਤਿਆਂ ਤੇ ਉਹ ਪੁੱਛ ਅੱਗੇ ਵਧਦਾ ਗਿਆ। ਪਿੱਛੋਂ ਇੱਕ ਟਾਂਗਾ ਆ ਰਿਹਾ ਸੀ, ਜੋ ਟਾਂਗੇ ਵਾਲੇ ਨੇ ਉਸ ਕੋਲ ਆ ਕੇ ਰੋਕ ਲਿਆ। ਇਹ ਟਾਂਗਾ ਉਧਰ ਨੂੰ ਹੀ ਜਾ ਰਿਹਾ ਸੀ। ਉਹ ਟਾਂਗੇ ਤੇ ਸਵਾਰ ਹੋ ਗਿਆ। ਹਨੇਰਾ ਹੋਣ ਲੱਗਾ ਸੀ। ਪਿੰਡ ਦੇ ਨਜ਼ਦੀਕ ਪਹੁੰਚ ਇੱਕ ਡੇਰੇ ਦੇ ਕੋਲ ਟਾਂਗਾ ਰੋਕ ਲਿਆ ਅਤੇ ਉਸ ਨੂੰ ਉਤਾਰ ਦਿੱਤਾ ਕਿ ਟਾਂਗਾ ਇਸ ਤੋਂ ਅੱਗੇ ਨਹੀਂ ਜਾਣਾ ਹੈ। ਦਿਲਰਾਜ ਨੇ ਉਤਰ ਕੇ ਆਸੇ-ਪਾਸੇ ਦੇਖਿਆ। ਪਿੰਡ ਅਜੇ ਥੋੜਾ ਦੂਰ ਸੀ, ਪਰ ਪਿੰਡ ਵਿੱਚ ਕੋਈ ਜਾਣਦਾ ਵੀ ਨਹੀਂ ਸੀ। ਨਾ ਉਹ ਗੀਤਾ ਦੇ ਘਰ ਜਾ ਸਕਦਾ ਸੀ। ਸੋ ਉਸਨੇ ਕੁਝ ਸੋਚ ਕੇ ਡੇਰੇ ਵੱਲ ਨੂੰ ਤੱਕਿਆ। ਸ਼ਾਇਦ ਕੋਈ ਧਾਰਮਿਕ ਸਥਾਨ ਸੀ। ਦਰਖਤਾਂ ਵਿਚਕਾਰ ਇੱਕ ਮੰਦਰ ਵੀ ਦਿਖਾਈ ਦੇ ਰਿਹਾ ਸੀ, ਜਿਸ ਦਾ ਉੱਚਾ ਸਾਰਾ ਗੁੰਬਦ ਦੂਰੋਂ ਹੀ ਨਜ਼ਰੀ ਪੈ ਰਿਹਾ ਸੀ। ਉਹ ਉੱਧਰ ਨੂੰ ਚੱਲ ਪਿਆ। ਚਾਰੇ ਪਾਸੇ ਸੁੰਨਸਾਨ ਸੀ। ਇੱਕ ਨਿੱਕੇ ਜਿਹੇ ਕਮਰੇ ਵਿੱਚ ਰੋਸ਼ਨੀ ਜਗ ਰਹੀ ਸੀ। ਬਾਹਰ ਕਿਸੇ ਦੇ ਆਉਣ ਦੀ ਆਹਟ ਸੁਣ ਅੰਦਰੋਂ ਇੱਕ ਮਸਤ ਝੂਮਦਾ ਹੋਇਆ ਫਕੀਰ ਬਾਬਾ ਬਾਹਰ ਆਇਆ। ਦਿਲਰਾਜ ਡਰਦਾ ਹੋਇਆ ਉਸ ਦੇ ਕੋਲ ਗਿਆ, ਪਰ ਨੇੜੇ ਹੁੰਦਿਆਂ ਹੀ ਦਿਲਰਾਜ ਉਸ ਵੱਲ ਖਿੱਚਿਆ ਜਿਹਾ ਗਿਆ। ਸਾਰਾ ਡਰ ਝਿਜਕ ਪਲ ਭਰ ਵਿੱਚ ਅਲੋਪ ਹੋ ਗਿਆ। ਕੁਝ ਰੱਬ ਦੇ ਬੰਦੇ ਦੁਨੀਆ ਤੇ ਅਜਿਹੇ ਵੀ ਹੁੰਦੇ ਹਨ, ਜਿਨ੍ਹਾਂ ਦੀ ਆਭਾ ਹੀ ਐਸੀ ਹੁੰਦੀ ਹੈ ਕਿ ਕੋਈ ਉਹਨਾਂ ਦੇ ਨੇੜੇ ਹੁੰਦਿਆਂ ਹੀ ਪ੍ਰਭਾਵਿਤ ਹੋਏ ਬਿਨਾਂ ਨਹੀਂ ਰਹਿ ਸਕਦਾ। ਜਿਵੇਂ ਫੁੱਲਾਂ ਦੇ ਕੋਲ ਜਾਂਦਿਆਂ ਹੀ ਫੁੱਲਾਂ ਦੀ ਮਹਿਕ ਪ੍ਰਭਾਵਿਤ ਕਰਨ ਲੱਗ ਜਾਂਦੀ ਹੈ। ਬੜੇ ਹੀ ਮਧੁਰ ਬੋਲਾਂ ਨਾਲ ਉਸ ਫਕੀਰ ਬਾਬੇ ਨੇ ਪੁੱਛਿਆ, आओ बेटा, कौन हो तुम, कहाँ से आए हो? ਦਿਲਰਾਜ ਨੇ ਅੱਗੇ ਹੋ ਕੇ ਬਾਬੇ ਦੇ ਗੋਡੀ ਹੱਥ ਲਾਇਆ, ਪਰ ਬਾਬੇ ਨੇ ਮੋਢਿਆਂ ਤੋਂ ਫੜ ਉਸ ਨੂੰ ਖੜਾ ਕਰਦਿਆਂ ਕਿਹਾ, जीते रहो, कुछ बताओ अपने बारे में। अच्छा चलो पहले अंदर आओ। ਬਾਬਾ ਉਸ ਨੂੰ ਅੰਦਰ ਲਿਆ ਕੇ ਇੱਕ ਬਾਣ ਦੇ ਬੁਣੇ ਮੰਜੇ ਤੇ ਬੈਠਣ ਦਾ ਇਸ਼ਾਰਾ ਕਰਦਾ ਬੋਲਿਆ, यहाँ बैठो बैठो बेटा, इत्मीनान से, लगता है कहीं दूर से आ रहे हो। ਕਹਿੰਦਿਆਂ ਆਪ ਬਾਬਾ ਪੱਥਰ ਦੇ ਬਣੇ ਚਬੂਤਰੇ ਤੇ ਬੈਠ ਗਿਆ, ਜਿਹੜਾ ਉਸ ਦਾ ਆਸਣ ਸੀ। ਪਰ ਦਿਲਰਾਜ ਮੰਜੇ ਤੇ ਬੈਠਣ ਦੀ ਬਜਾਏ ਬਾਬੇ ਕੋਲ ਥੱਲੇ ਵਿਛੀ ਦਰੀ ਤੇ ਬੈਠ ਗਿਆ ਅਤੇ ਬੋਲਿਆ, ਬਾਬਾ ਜੀ, मैं पंजाब से आया हूँ, उत्थों चल के सीधा इत्थे आके ही रुका हूँ। इत्थे हमको कोई नहीं जानता, क्या मैं यहाँ आपके पास रुक सकता हूँ? बोलदियां दिलराज ने अखां भर लईयां। उस दे बोल हर एक शब्द विच एक तरला साफ झलक रहा सी। रह तो सकते हो बेटा, बाबा उस विच खास दिलचस्पी लेंदा बोलिया, ये आश्रम भक्तों के लिए ही तो बना है, पर बेटा विस्तार से बताओ, बात क्या है जो तुम पंजाब से चलकर यहाँ तक आए हो? वैसे तुम्हारा चेहरा बता रहा है जैसे किसी के प्यार में खींचे चले आए हो,
तुम्हारी जुबान में इश्क का दर्द साफ दिखाई दे रहा है। ਸੁਣਦਿਆਂ ਦਿਲਰਾਜ ਅਚੰਭੇ ਵਿੱਚ ਪਿਆ ਬਾਬੇ ਦੇ ਹੋਰ ਨੇੜੇ ਹੋ ਕੇ ਪੈਰ ਫੜਦਾ ਬੋਲਿਆ, ਤੁਸੀਂ ਤਾਂ ਬਾਬਾ ਜੀ ਜਾਣੀ ਜਾਣ ਹੋ, ਮੇਰੇ ਤੇ ਕਿਰਪਾ ਕਰੋ, ਆਪਣੀ ਸ਼ਰਨ ਬਖਸ਼ੋ। ਤੇ ਫਿਰ ਦਿਲਰਾਜ ਆਪਣੀ ਸਾਰੀ ਕਹਾਣੀ ਬਾਬੇ ਨੂੰ ਸੁਣਾਉਣ ਲੱਗ ਪਿਆ। ਕਈ ਵਾਰ ਉਸਦੇ ਹੰਝੂ ਕਿਰਦੇ ਰਹੇ ਤੇ ਬਾਬਾ ਬੜੇ ਧਿਆਨ ਨਾਲ ਸੁਣਦਾ ਰਿਹਾ। ਸਾਰੀ ਕਹਾਣੀ ਸੁਣਾਉਂਦਿਆਂ ਦਿਲਰਾਜ ਬੋਲਿਆ, ਹੁਣ ਬਾਬਾ ਜੀ ਆਪ ਹੀ ਮੇਰੀ ਮਦਦ ਕਰ ਸਕਦੇ ਹੋ, यहाँ मुझे तो कुछ भी नहीं पता। ਬਾਬੇ ਨੇ ਲੰਮਾ ਸਾਹ ਲੈਂਦਿਆਂ ਆਪਣੀ ਚਿੱਟੀ ਦਾੜੀ ਤੇ ਹੱਥ ਫੇਰਿਆ ਅਤੇ ਫਿਰ ਖੜਾ ਹੁੰਦਿਆਂ ਬੋਲਿਆ, आओ बेटा मेरे गले से लग जाओ। ਦਿਲਰਾਜ ਵੀ ਇੱਕਦਮ ਖੜਾ ਹੋ ਗਿਆ ਤੇ ਬਾਬੇ ਨੇ ਉਸ ਨੂੰ ਸੀਨੇ ਨਾਲ ਲਾ ਲਿਆ ਅਤੇ ਬੋਲਿਆ, बेटा मैंने अपनी 80 साल की उम्र में तेरे जैसा सच्चा और नेक दिल आशिक नहीं देखा। इतना प्यार अगर तुम भगवान से करो तो वो भी तुम्हारी बात माने बिना नहीं रह सकता। ते फिर बाबा दोबारा अपने आसन ते बैठदा बोलिया, पर यहाँ इस गांव में तो कोई ऐसा घर नहीं, पर हाँ इस तरफ दक्षिण की ओर एक गांव है, महज यहाँ से 2-3 मील दूर। वहाँ का जमींदार ऐसा है जो तुम बताते हो। उसी के बेटे की शादी 6-7 महीने पहले हुई है। बहू का नाम तो पता नहीं, पर उसकी सास यहाँ कभी कभी आती है। ਦਿਲਰਾਜ ਨੇ ਇੱਕ ਵਾਰ ਫਿਰ ਬਾਬੇ ਦੇ ਪੈਰ ਫੜ ਲਏ। ਉਸ ਨੂੰ ਇੰਜ ਲੱਗਾ ਜਿਵੇਂ ਮੰਜ਼ਿਲ ਉਸਦੇ ਬਹੁਤ ਕਰੀਬ ਹੋਵੇ। ਬਾਬੇ ਨੇ ਉਸ ਨੂੰ पेटी की चाबी दी ਅਤੇ कहा, इस पेटी से तुम अपने लिए बिस्तरा निकालो, तब तक मैं तुम्हारे खाने का इंतजाम करता हूँ। बाबे ने उठ अलमारी विचों एक पोटली कढ़ लियांदी, जिस विच कुछ रोटियां सन जो बहुतियां बेहियां नहीं सन। एक छोटी जही डब्बी खोली जिस विच अचार सी। दिलराज ने मंजे ते दरी विछा के सरहाना रख लिया। सवेरे दे भुखे दिलराज नूं रोटियां बड़ियां स्वाद लगियां। खांदा वो पुछण लगा, ये रोटियां बाबा जी आप बनाते हो? नहीं बेटा, यहाँ गांव की औरतें दे जाती हैं। सब्जी और दाल भी थी जो खत्म हो गई। पर बाबे दी गल विचों ही करदा दिलराज फिर बोलिया, कोई नहीं बाबा जी, अचार के साथ तो रोटी स्वाद ही बहुत लगती है, मुझे तो बचपन से पसंद है। थक्या हारिया दिलराज गीता ਦੀਆਂ ਯਾਦਾਂ ਵਿੱਚ ਤਾਰੀ ਲਾਉਂਦਾ ਇਵੇਂ ਹੀ ਸੌਂ ਗਿਆ। ਕਹਾਣੀ ਦਾ ਬਾਕੀ ਹਿੱਸਾ ਅਗਲੇ ਐਪੀਸੋਡ ਦੇ ਵਿੱਚ।